हाँ जी प्यारे बच्चों, वाहिगुरू जी का खालसा वाहिगुरू जी की फतेह। हाँ जी बेटा, ਅੱਜ ਅਸੀਂ ਲੇਖ ਰਚਨਾ ਬਾਰੇ ਗੱਲ ਕਰਾਂਗੇ। ਲੇਖ ਕੀ ਹੁੰਦਾ ਵਾ, ਇਸ ਦੀ ਰਚਨਾ ਕਿਵੇਂ ਕੀਤੀ ਜਾਂਦੀ ਆ, ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦੀ ਜਿਹੜਾ ਗੱਲਾਂ ਵਾ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਵਾ ਲੇਖ ਰਚਨਾ ਕਰਦੇ ਸਮੇਂ। ਸੋ ਅਸੀਂ ਸਭ ਤੋਂ ਪਹਿਲਾਂ ਬੇਟਾ ਲੇਖ ਦੇ ਬਾਰੇ ਗੱਲ ਕਰ ਲੈਂਦੇ ਹਾਂ। ਲੇਖ ਸ਼ਬਦ ਠੀਕ ਆ ਕਿਹੜੀ ਭਾਸ਼ਾ ਦਾ ਵਾ, ਕਿੱਥੋਂ ਇਹ ਬਣਿਆ ਵਾ, ਠੀਕ ਆ, ਇਹਦਾ ਅਰਥ ਕੀ ਆ, ਉਸ ਦੇ ਬਾਰੇ ਅਸੀਂ ਥੋੜ੍ਹਾ ਕੁ ਬੇਟਾ ਵਿਸਤਾਰਪੂਰਵਕ ਵਿਚਾਰ ਕਰਾਂਗੇ। ਸਭ ਤੋਂ ਪਹਿਲਾਂ ਬੇਟਾ ਵੇਖੋ ਧਿਆਨ ਦੇ ਨਾਲ, ਠੀਕ ਆ, ਲਿਖਿਆ ਵਾ ਲੇਖ, ਠੀਕ ਆ। ਸਭ ਤੋਂ ਪਹਿਲਾਂ ਨਾਂ ਦਿੱਤਾ ਗਿਆ ਵਾ ਲੇਖ ਰਚਨਾ, ਠੀਕ ਆ ਜੀ, ਲੇਖ ਰਚਨਾ। ਹੁਣ ਬੇਟਾ ਕੀ ਆ, ਕਹਿੰਦੇ ਵੀ ਲੇਖ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਐਸੇ ਦਾ ਪੰਜਾਬੀ ਅਨੁਵਾਦ ਹੈ। ਅੰਗਰੇਜ਼ੀ ਭਾਸ਼ਾ ਦਾ ਜਿਹੜਾ ਸ਼ਬਦ ਵਾ ਐਸੇ, ਉਹਦਾ ਕੀ ਆ, ਪੰਜਾਬੀ ਅਨੁਵਾਦ ਹੈ। ਕਹਿੰਦੇ ਅਸਲ ਵਿੱਚ ਐਸੇ ਜਿਹੜਾ ਸ਼ਬਦ ਆ ਇਹ ਫਰਾਂਸੀਸੀ ਭਾਸ਼ਾ ਦੇ ਸ਼ਬਦ ਈਸੇ ਤੋਂ ਬਣਿਆ ਵਾ, ਠੀਕ ਆ। ਅਸਲ ਵਿੱਚ ਐਸੇ ਸ਼ਬਦ ਆ ਜਿਹੜਾ ਬੇਟਾ ਇਹ ਫਰਾਂਸੀਸੀ ਭਾਸ਼ਾ ਦੇ ਸ਼ਬਦ ਵਾ ਈਸੇ ਤੋਂ ਬਣਿਆ ਵਾ, ਠੀਕ ਆ। ਕਹਿੰਦੇ ਜਿਸ ਦਾ ਅਰਥ ਹੈ ਕੋਸ਼ਿਸ਼ ਕਰਨੀ, ਯਤਨ ਕਰਨਾ ਆਦਿ। ਕਹਿੰਦੇ ਇਸ ਤੋਂ ਭਾਵ ਇਹ ਹੋਇਆ ਕਿ ਜਦੋਂ ਕੋਈ ਵਿਅਕਤੀ, ਠੀਕ ਆ, ਇਸ ਤੋਂ ਭਾਵ ਇਹ ਹੋਇਆ ਕਿ ਜਦੋਂ ਕੋਈ ਵਿਅਕਤੀ ਕਿਸੇ ਵੀ ਵਿਸ਼ੇ ਉੱਤੇ ਆਪਣੇ ਵਿਚਾਰ ਪੇਸ਼ ਕਰਨ ਲਈ ਉਹਨਾਂ ਨੂੰ ਬੰਨ੍ਹਣ ਜਾਂ ਦਲੀਲ ਨਾਲ ਲਿਖਤ ਵਿੱਚ, ਠੀਕ ਆ, ਪੇਸ਼ ਕਰਨ ਲਈ ਉਹਨਾਂ ਨੂੰ ਬੰਨ੍ਹਣ ਜਾਂ ਦਲੀਲ ਨਾਲ ਲਿਖਤ ਵਿੱਚ ਬੰਨ੍ਹਦਾ ਹੈ ਤਾਂ ਉਹ ਐਸੇ ਭਾਵ ਲੇਖ ਬਣ ਜਾਂਦਾ ਹੈ, ਜਾਂ ਉਹ ਲੇਖ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਵਾ, ਠੀਕ ਆ। ਜਦੋਂ ਬੇਟਾ ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਲਈ, ਠੀਕ ਆ, ਜੋ ਆਪਣੇ ਵਿਚਾਰਾਂ ਨੂੰ ਪੇਸ਼ ਕਰ ਲਈ ਉਹਨਾਂ ਨੂੰ ਬੰਨ੍ਹਣ ਜਾਂ ਦਲੀਲ ਨਾਲ ਲਿਖਤ ਵਿੱਚ ਬੰਨ੍ਹਦਾ ਹੈ ਤਾਂ ਉਹ ਕੀ ਆ, ਐਸੇ ਭਾਵ ਲੇਖ ਬਣ ਜਾਂਦਾ ਹੈ, ਜਾਂ ਉਹ ਲੇਖ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਵਾ, ਠੀਕ ਆ ਜੀ। ਅੱਗੇ ਬੇਟਾ ਕਹਿੰਦੇ ਇਸ ਕੋਸ਼ਿਸ਼ ਵਿੱਚ ਜਦ ਸਰਲ, ਮੁਹਾਵਰੇਦਾਰ ਅਤੇ ਪ੍ਰਭਾਵਸ਼ਾਲੀ ਭਾਸ਼ਾ ਆ ਜਾਂਦੀ ਹੈ ਤਾਂ ਇਹ ਇੱਕ ਵਧੀਆ ਅਤੇ ਪ੍ਰਭਾਵਸ਼ਾਲੀ ਲੇਖ ਦਾ ਰੂਪ ਲੈ ਲੈਂਦਾ ਹੈ। ਅਸਲ ਵਿੱਚ ਜੇਕਰ ਲੇਖ ਦੇ ਰੂਪਕ ਪੱਖ ਨੂੰ, ਠੀਕ ਆ, ਇਹਦੇ ਰੂਪ ਨੂੰ ਵੇਖਿਆ ਜਾਵੇ, ਠੀਕ ਆ, ਰੂਪਕ ਪੱਖ ਨੂੰ ਹੋਰ ਵੀ ਡੂੰਘਾਈ ਨਾਲ ਵਾਚਿਆ ਜਾਵੇ, ਠੀਕ ਆ, ਪੜ੍ਹਿਆ ਜਾਵੇ, ਵੇਖਿਆ ਜਾਵੇ ਤਾਂ ਅਸੀਂ ਜਾਣੂ ਹੁੰਦੇ ਹਾਂ ਕਿ ਜਿਵੇਂ ਨਾਟਕ ਵਿੱਚ ਨਾਟਕੀਅਤਾ, ਕਵਿਤਾ ਵਿੱਚ ਵਲਵਲਾ ਅਤੇ ਨਾਟ ਜਾਂ ਕਹਾਣੀ ਵਿੱਚ ਕਥਾ ਵਸਤੂ ਦੀ ਪ੍ਰਧਾਨਤਾ ਹੁੰਦੀ ਹੈ, ਉਦੋਂ ਹੀ ਲੇਖ ਵਿੱਚ ਦਲੀਲ ਅਤੇ ਬੁੱਧੀ ਦਾ ਬੋਲਬਾਲਾ ਹੁੰਦਾ ਹੈ, ਠੀਕ ਆ। ਲੇਖ ਵਿੱਚ ਬੇਟਾ ਸਾਡੀ ਬੁੱਧੀ ਜਿਹੜੀ ਆ ਉਹ ਕੰਮ ਕਰਦੀ ਆ, ਠੀਕ ਆ, ਸਾਡਾ ਜਿਹੜਾ ਦਿਮਾਗ ਉਹ ਸਾਡਾ ਕੰਮ ਕਰਦਾ ਵਾ। ਕਹਿੰਦੇ ਵੀ ਜਿੰਨਾ ਕੋਈ ਵਧੇਰੇ ਬੁੱਧੀਮਾਨ, ਤਜਰਬੇਕਾਰ ਅਤੇ ਦਲੀਲ ਨਾਲ ਗੱਲ ਕਰਨ ਵਾਲਾ ਹੋਵੇਗਾ ਉਹ ਆਪਣੇ ਲੇਖਾਂ ਵਿੱਚ ਓਨਾ ਹੀ ਡੂੰਘੀ ਅਤੇ ਤਰਤੀਬਬੱਧ ਜਾਣਕਾਰੀ ਦੇਣ ਵਾਲਾ ਹੋਵੇਗਾ। ਸੋ ਬੇਟਾ ਲੇਖ ਕੀ ਆ, ਠੀਕ ਆ, ਲੇਖ ਆਇਆ ਕਿੱਥੋਂ ਆ, ਕਿਹੜੇ ਸ਼ਬਦ ਤੋਂ ਬਣਿਆ ਵਾ, ਠੀਕ ਆ, ਇਹਦਾ ਅਰਥ ਕੀ ਆ, ਇਹਦਾ ਅਰਥ ਵਾ ਕੋਸ਼ਿਸ਼ ਕਰਨੀ, ਯਤਨ ਕਰਨਾ, ਠੀਕ ਆ। ਜਦੋਂ ਜਿਹੜਾ ਵਾ ਬੇਟਾ ਲੇਖਕ ਵਾ, ਠੀਕ ਆ, ਜਦੋਂ ਉਹ ਲੇਖ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਵਾ, ਠੀਕ ਆ, ਉਹਨੂੰ ਹੀ ਅਸੀਂ ਲੇਖ ਦਾ ਨਾਂ ਦਿੰਦੇ ਹਾਂ, ਠੀਕ ਆ। ਜੇਕਰ ਅਸੀਂ ਹੋਰ ਬੇਟਾ ਸੰਖੇਪ ਰੂਪ ਦੇ ਵਿੱਚ, ਛੋਟੇ ਰੂਪ ਦੇ ਵਿੱਚ ਕਹਿਣਾ ਹੋਵੇ ਤਾਂ ਕਹਿੰਦੇ ਲੇਖ ਕੀ ਆ, ਠੀਕ ਆ, ਲੇਖ ਵਾ ਜਿਹੜਾ ਇਹ ਅੰਗਰੇਜ਼ੀ ਜਿਹੜਾ ਸ਼ਬਦ ਵਾ, ਠੀਕ ਆ, ਐਸੇ ਦਾ ਹੀ ਪੰਜਾਬੀ ਅਨੁਵਾਦ ਵਾ, ਠੀਕ ਆ, ਜਿਸ ਦਾ ਅਰਥ ਹੈ ਜਿਸ ਦਾ ਅਰਥ ਕੀ ਆ, ਸਪਸ਼ਟ ਅਤੇ ਸੰਖੇਪ ਭਾਸ਼ਾ ਵਿੱਚ ਲਿਖੀ ਇੱਕ ਵਾਰਤਕ ਰਚਨਾ। ਲੇਖ ਬੇਟਾ ਇੱਕ ਵਾਰਤਕ ਰਚਨਾ ਵਾ, ਠੀਕ ਆ, ਜਿਹਦੇ ਵਿੱਚ ਸਾਡੀ ਬੁੱਧੀ ਕੰਮ ਕਰਦੀ ਹੈ, ਜਿਸ ਵਿੱਚ ਬੁੱਧੀ, ਤਰਕ ਅਤੇ ਦਲੀਲ ਦੇ ਨਾਲ ਹੀ ਗੱਲ ਕੀਤੀ ਜਾਂਦੀ ਆ, ਠੀਕ ਆ। ਇਸ ਨੂੰ ਪੰਜਾਬੀ ਵਿੱਚ ਅਸੀਂ ਲੇਖ ਕਹਿ ਦਿੰਦੇ ਹਾਂ, ਅੰਗਰੇਜ਼ੀ ਦੇ ਵਿੱਚ ਐਸੇ ਕਹਿ ਦਿੰਦੇ ਹਾਂ, ਠੀਕ ਆ। ਕਹਿੰਦੇ ਲੇਖ ਦਾ ਸੌਖਾ ਅਰਥ ਇਹ ਹੈ, ਠੀਕ ਆ, ਲੇਖ ਦਾ ਸੌਖਾ ਅਰਥ ਇਹ ਹੈ ਕਿ ਉਹ ਵਾਰਤਕ ਰਚਨਾ ਜਿਸ ਵਿੱਚ ਲੇਖਕ ਦੇ ਆਪਣੇ ਮੌਲਿਕ ਵਿਚਾਰ ਜਾਂ ਉਹਦੀਆਂ ਜਿਹੜੀਆਂ ਰਾਵਾਂ ਹੋਣ, ਠੀਕ ਆ, ਉਹਦੇ ਵਿਚਾਰ ਹੋਣ, ਠੀਕ ਆ। ਇੱਕ ਚੰਗੇ ਲੇਖ ਦੇ 6 ਮਹੱਤਵਪੂਰਨ ਲੱਛਣ ਹੁੰਦੇ ਆ ਬੇਟਾ, ਉਹ ਵੀ ਮੈਂ ਤੁਹਾਡੇ ਦੇ ਨਾਲ ਵਿਚਾਰ ਕਰਾਂਗਾ ਉਹਨਾਂ ਦੀ। ਜੇਕਰ ਇੱਕ ਚੰਗੇ ਲੇਖ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ 6 ਮਹੱਤਵਪੂਰਨ ਜਿਹੜੇ ਲੱਛਣ ਹੁੰਦੇ ਆ, ਠੀਕ ਆ, ਉਹਦੀਆਂ 6 ਮਹੱਤਵਪੂਰਨ ਵਿਸ਼ੇਸ਼ਤਾਵਾਂ ਹੁੰਦੀਆਂ ਵਾ।
ਸਭ ਤੋਂ ਪਹਿਲਾਂ ਬੇਟਾ ਹੁੰਦੀ ਆ ਤਰਕ ਸੰਗਤ, ਜਿਹਨੂੰ ਲੌਜੀਕਲ ਅਸੀਂ ਬੋਲਦੇ ਹਾਂ, ਠੀਕ ਆ। ਤਰਕ ਸੰਗਤ, ਤਰਕ ਸੰਗਤ ਦੇ ਵਿੱਚ ਕੀ ਆ, ਕਹਿੰਦੇ ਇੱਕ ਚੰਗੇ ਲੇਖ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਉਸ ਵਿੱਚ ਪੇਸ਼ ਕੀਤੇ ਗਏ ਵਿਚਾਰ ਤਰਕ ਸੰਗਤ ਹੋਣੇ ਚਾਹੀਦੇ ਹਨ, ਭਾਵ ਕਿ ਲੌਜੀਕਲ ਹੋਣੇ ਚਾਹੀਦੇ ਹਨ। ਇੱਕ ਕੋਰੀ ਕਲਪਨਾ ਨਹੀਂ ਹੋਣੀ ਚਾਹੀਦੀ ਵੀ ਮਨ ਦੇ ਵਿੱਚ ਐਵੇਂ ਕਲਪਿਤ ਗੱਲਾਂ ਨੂੰ ਹੈ ਅਸੀਂ ਜਿਹੜੇ ਸਾਡੇ ਮਨ ਦੇ ਵਿੱਚ ਆਉਂਦੀਆਂ ਉਹਨਾਂ ਨੂੰ ਪੇਸ਼ ਕਰੀ ਜਾਈਏ, ਠੀਕ ਆ। ਕਹਿੰਦੇ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਤਾਜ ਮਹਿਲ ਬਾਰੇ ਲਿਖੋ ਪਰ ਤੁਹਾਡੇ ਵੱਲੋਂ ਪੇਸ਼ ਕੀਤੇ ਵਿਚਾਰ ਅੰਦਾਜ਼ਿਆਂ ਦੇ ਆਧਾਰਿਤ ਹੋਣ, ਠੀਕ ਆ। ਤੁਸੀਂ ਆਪਣੇ ਐਸਟੀਮੇਟ ਜੇ ਲਾਈ ਜਾਓ, ਠੀਕ ਆ। ਇਸੇ ਕਰਕੇ ਕਹਿੰਦੇ ਤੁਸੀਂ ਮਾਊਂਟ ਐਵਰੈਸਟ ਬਾਰੇ ਲਿਖੋ ਪਰ ਐਵੇਂ ਹੀ ਕਲਪਨਿਕ ਗੱਲਾਂ ਕਰੀ ਜਾਵੋ, ਠੀਕ ਆ। ਇਸ ਕਰਕੇ ਜਿਹੜੀ ਵੀ ਬੇਟਾ ਲੇਖ ਦੇ ਵਿੱਚ ਮਹੱਤਵਪੂਰਨ ਜਾਣਕਾਰੀ ਹੋਣੀ ਚਾਹੀਦੀ ਆ ਉਹ ਤਰਕ ਸੰਗਤ ਹੋਣੀ ਚਾਹੀਦੀ ਆ, ਠੀਕ ਆ, ਲੌਜੀਕਲ ਹੋਣੀ ਚਾਹੀਦੀ ਆ, ਜਿਹੜੀ ਕਿਸੇ ਤਰਕ ਦੇ ਆਧਾਰ 'ਤੇ ਹੀ ਅਸੀਂ ਗੱਲ ਕਰੀਏ ਤਾਂ ਕਿ ਉਹ ਪੜ੍ਹਨ ਵਾਲੇ ਨੂੰ, ਠੀਕ ਆ, ਉਹ 'ਤੇ ਆਪਣਾ ਪ੍ਰਭਾਵ ਪਾ ਸਕੇ। ਜੋ ਉਹਨੂੰ ਪੜ੍ਹੇ, ਜੋ ਉਹਨੂੰ ਵਾਚੇ, ਠੀਕ ਆ, ਜੋ ਉਹਨੂੰ ਧਿਆਨ ਦੇ ਨਾਲ ਵੇਖੇ, ਉਹ 'ਤੇ ਆਪਣਾ ਪ੍ਰਭਾਵ ਛੱਡ ਸਕੇ, ਠੀਕ ਆ। ਬੇਟਾ ਲੇਖ ਦਾ ਦੂਜਾ ਜਿਹੜਾ ਮਹੱਤਵਪੂਰਨ ਲੱਛਣ ਵਾ ਉਹ ਆ ਏਕਤਾ, ਯੂਨਿਟੀ, ਠੀਕ ਆ, ਯੂਨਿਟੀ। ਏਕਤਾ ਬੇਟਾ ਕੀ ਹੈ, ਕਹਿੰਦੇ ਕਿ ਚੰਗੇ ਲੇਖ ਦੀ ਜਿਹੜੀ ਵੱਡੀ ਵਿਸ਼ੇਸ਼ਤਾ ਇਹ ਵੀ ਆ ਕਿ ਉਹਦੇ ਵਿਸ਼ਾ ਵਸਤੂ ਦੀ ਏਕਤਾ ਹੁੰਦੀ ਹੈ, ਠੀਕ ਆ। ਉਹਦਾ ਜਿਹੜਾ ਵਿਸ਼ਾ ਵਸਤੂ ਆ ਉਹ ਜਿਹੜਾ ਪੇਸ਼ ਕੀਤਾ ਜਾਣਾ ਲੇਖ ਦੇ ਵਿੱਚ, ਉਹਦੇ ਵਿੱਚ ਏਕਤਾ ਹੁੰਦੀ ਆ, ਠੀਕ ਆ। ਬੇਟਾ ਏਕਤਾ ਕੀ ਆ, ਠੀਕ ਆ। ਕਹਿੰਦੇ ਵੀ ਲੇਖ ਦਾ ਇੱਕ ਪੈਰਾ ਕਿਸੇ ਹੋਰ ਵਿਸ਼ੇ ਦੀ ਗੱਲ ਕਰ ਰਿਹਾ, ਦੂਜਾ ਪੈਰਾ ਕਿਸੇ ਹੋਰ ਵਿਸ਼ੇ ਦੀ ਗੱਲ ਕਰ ਰਿਹਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਭਾਵ ਕਿ ਜਿਹੜੀ ਵੀ ਗੱਲ ਕੀਤੀ ਜਾਣੀ ਆ, ਠੀਕ ਆ, ਉਹ ਵਿਸ਼ਾ ਵਸਤੂ ਦੇ ਨਾਲ ਹੀ ਸੰਬੰਧਿਤ ਹੋਵੇ, ਉਹ ਲੇਖ ਦੇ ਵਿਸ਼ੇ ਨਾਲ ਹੀ ਸੰਬੰਧਿਤ ਹੋਵੇ, ਠੀਕ ਆ। ਇਸ ਤੋਂ ਇਲਾਵਾ ਬੇਟਾ ਜੇਕਰ ਤੀਸਰਾ ਅਸੀਂ ਵੇਖੀਏ ਲੇਖ ਦਾ ਮਹੱਤਵਪੂਰਨ ਲੱਛਣ, ਉਹ ਆ ਤਰਤੀਬਤਾ, ਠੀਕ ਆ, ਜਿਹਨੂੰ ਅਸੀਂ ਬੋਲਦੇ ਹਾਂ ਸੀਕੁਐਂਸ, ਠੀਕ ਆ। ਕਹਿੰਦੇ ਇੱਕ ਚੰਗੇ ਲੇਖ ਵਿੱਚ ਜਿਹੜੇ ਸਾਰੇ ਵਾਕ ਆ ਸਮੂਹ ਪੈਰਿਆਂ ਵਿੱਚ ਵੰਡ ਕੇ ਤਰਤੀਬਵਾਰ ਪਰੋਏ ਹੋਣੇ ਚਾਹੀਦੇ ਆ, ਠੀਕ ਆ। ਕਿਸ ਤਰ੍ਹਾਂ, ਵਿਚਾਰਾਂ ਦੀ ਤਰਤੀਬਤਾ ਤੋਂ ਭਾਵ ਇਹ ਕਿ ਪਹਿਲਾਂ ਸੰਬੰਧਿਤ ਵਿਸ਼ੇ ਬਾਰੇ ਭੂਮਿਕਾ ਬੰਨੋ, ਠੀਕ ਆ। ਪਹਿਲਾਂ ਉਹ ਵਿਸ਼ੇ ਦੇ ਨਾਲ ਸੰਬੰਧਿਤ ਜਾਣ ਪਛਾਣ ਕਰਵਾਓ, ਫਿਰ ਮੁੱਢਲੀ ਜਾਣਕਾਰੀ ਦਿਓ ਅਤੇ ਫਿਰ ਅੱਗੇ ਵਿਚਾਰਾਂ ਨੂੰ ਵਧਾਉਂਦੇ ਹੋਏ ਅਖੀਰ ਸਿੱਟੇ ਜਾਂ ਸਾਰ ਦੇ ਰੂਪ ਵਿੱਚ ਗੱਲ ਸਮੇਟ ਦਿਓ। ਭਾਵ ਹਰ ਗੱਲ ਜਿਹੜੀ ਆ ਬੇਟਾ ਇੱਕ ਆਰਡਰ ਦੇ ਵਿੱਚ, ਇੱਕ ਸੀਕੁਐਂਸ ਦੇ ਵਿੱਚ ਹੋਣੀ ਚਾਹੀਦੀ ਹੈ, ਠੀਕ ਆ। ਅੱਗੇ ਬੇਟਾ ਜਿਹੜਾ ਅਗਲਾ ਉਹਦਾ ਮਹੱਤਵਪੂਰਨ ਲੱਛਣ ਵਾ, ਜਿਹੜਾ ਪੱਖ ਵਾ, ਉਹ ਆ ਸੰਖੇਪਤਾ, ਠੀਕ ਆ। ਬਰੀਫਨੈਸ ਜਿਹਨੂੰ ਅਸੀਂ ਬੋਲਦੇ ਹਾਂ, ਬਰੀਫਨੈਸ, ਠੀਕ ਆ। ਕਹਿੰਦੇ ਲੇਖ ਵਿੱਚ ਦੁਹਰਾਓ ਅਤੇ ਅਕਾਊਪੁਣੇ ਤੋਂ ਬਚਣ ਲਈ ਜ਼ਰੂਰੀ ਹੈ ਕਿ ਲੇਖ ਸੰਖੇਪ ਰੂਪ ਵਿੱਚ ਹੋਵੇ ਅਤੇ ਛੋਟੇ ਛੋਟੇ ਵਾਕਾਂ ਅਤੇ ਅੱਗੇ ਛੋਟੇ ਛੋਟੇ ਪੈਰਿਆਂ ਵਿੱਚ ਵੰਡਿਆ ਹੋਵੇ। ਸਕੂਲ ਪੱਧਰ 'ਤੇ ਆਮ ਤੌਰ 'ਤੇ ਬੱਚਿਆਂ ਨੂੰ 300 ਸ਼ਬਦਾਂ ਦਾ ਯਾਨੀ ਕਿ 30 ਕੋ ਸਤਰਾਂ ਦਾ ਲੇਖ ਲਿਖਣ ਲਈ ਦਿੱਤਾ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਿਰਫ ਪਤੇ ਦੀ ਗੱਲ ਹੀ ਕੀਤੀ ਜਾਵੇ, ਭਾਵ ਕਿ ਮਹੱਤਵਪੂਰਨ ਜਿਹੜੀ ਗੱਲ ਵਾ ਉਹਨੂੰ ਹੀ ਲੇਖ ਦੇ ਵਿੱਚ ਪੇਸ਼ ਕੀਤਾ ਜਾਵੇ, ਠੀਕ ਆ। ਐਵੇਂ ਬਿਨਾਂ ਸਿਰ ਪੈਰ ਦੀਆਂ ਗੱਲਾਂ ਲਿਖ ਕੇ ਲੇਖ ਦਾ ਆਕਾਰ ਨਾ ਵਧਾਇਆ ਜਾਵੇ, ਠੀਕ ਆ। ਉਹਨੂੰ ਐਵੇਂ ਵੱਡਾ ਨਾ ਕੀਤਾ ਜਾਵੇ, ਤਾਂ ਹੀ ਲੇਖ ਠੀਕ ਆ, ਤਾਂ ਹੀ ਲੇਖ ਸਾਰਥਕ ਅਤੇ ਰੌਚਕ ਬਣਿਆ ਰਹਿ ਸਕਦਾ ਹੈ ਜੇਕਰ ਉਹਦੇ ਵਿੱਚ ਸੰਖੇਪ ਰੂਪ ਦੇ ਵਿੱਚ ਗੱਲ ਕੀਤੀ ਜਾਂਦੀ ਹੈ, ਠੀਕ ਆ। ਬੇਟਾ ਜਿਹੜੀ ਅਗਲੀ ਗੱਲ ਆ ਸੰਖੇਪਤਾ ਤੋਂ ਅਗਲੀ ਗੱਲ ਆ ਜਿਹੜੀ ਉਹ ਬੇਟਾ ਸ਼ੈਲੀ ਆ, ਠੀਕ ਆ। ਸ਼ੈਲੀ ਦੀ ਗੱਲ ਕੀਤੀ ਜਾਂਦੀ ਆ, ਠੀਕ ਆ। ਸ਼ੈਲੀ ਕੀ ਆ ਬੇਟਾ, ਸਟਾਈਲ, ਠੀਕ ਆ। ਸ਼ੈਲੀ ਕੀ ਆ, ਸਟਾਈਲ। ਕਹਿੰਦੇ ਕਿਸੇ ਵਿਚਾਰਾਂ ਨੂੰ ਕੋਈ ਵੀ ਲੇਖਕ ਕਿਵੇਂ ਲਿਖ ਕੇ ਪੇਸ਼ ਕਰਦਾ ਹੈ, ਇਸੇ ਨੂੰ ਸ਼ੈਲੀ ਜਾਂ ਲਿਖਣ ਸ਼ੈਲੀ ਆਖਦੇ ਹਨ, ਲਿਖਣ ਦਾ ਢੰਗ, ਠੀਕ ਆ। ਇੱਕ ਚੰਗੇ ਲੇਖਕ ਦੀ ਲਿਖਣ ਸ਼ੈਲੀ ਸੌਖੀ, ਸਹਿਜ ਅਤੇ ਸੁਹਿਰਦ ਹੋਣੀ ਚਾਹੀਦੀ ਹੈ। ਤੁਹਾਡੀ ਲਿਖਤ ਨੂੰ ਪੜ੍ਹ ਕੇ ਕਿਸੇ ਵੀ ਭਾਵਨਾ ਨੂੰ ਕੋਈ ਠੇਸ ਨਹੀਂ ਪੁੱਜਣੀ ਚਾਹੀਦੀ। ਤੁਹਾਡੀ ਲਿਖਤ ਐਸੀ ਸਹਿਜ ਅਤੇ ਸਪਸ਼ਟ ਹੋਵੇ ਕਿ ਪੜ੍ਹਦੇ ਸਾਰ ਤੁਹਾਡੇ ਵੱਲੋਂ ਪੇਸ਼ ਕੀਤੇ ਗਏ ਵਿਚਾਰ ਪਾਠਕ ਨੂੰ ਸਮਝ ਵਿੱਚ ਆ ਜਾਣ। ਭਾਵ ਕਿ ਤੁਸੀਂ ਜਿਹੜਾ ਲੇਖ ਵਾ ਇਸ ਤਰੀਕੇ ਦੇ ਨਾਲ ਲਿਖਿਆ ਹੋਣਾ ਚਾਹੀਦਾ ਵਾ ਜਿਹੜਾ ਕਿ ਪੜ੍ਹਨ ਵਾਲੇ ਪਾਠਕ ਦੇ ਮਨ 'ਤੇ ਉਸੇ ਵੇਲੇ ਹੀ ਆਪਣਾ ਗਹਿਰਾ ਪ੍ਰਭਾਵ ਆ ਛੱਡ ਸਕੇ, ਠੀਕ ਆ ਜੀ ਬੇਟਾ। ਹਾਂਜੀ ਬੇਟਾ ਅਗਲਾ ਜਿਹੜਾ ਪੱਖ ਵਾ ਇੱਕ ਚੰਗੇ ਲੇਖ ਦਾ ਅਗਲਾ ਜਿਹੜਾ ਮਹੱਤਵਪੂਰਨ ਲੱਛਣ ਵਾ, ਠੀਕ ਆ, 6 ਨੰਬਰ ਵਾਲਾ, ਉਹ ਆ ਵਿਅਕਤੀਗਤ ਛੋਹ ਜਾਂ ਨਿੱਜੀ ਅਹਿਸਾਸ ਦਾ ਪਰਸਨਲ ਟੱਚ, ਠੀਕ ਆ। ਇਹਦੇ ਵਿੱਚ ਬੇਟਾ ਕੀ ਹੈ, ਕਹਿੰਦੇ ਇੱਕ ਚੰਗੇ ਲੇਖ ਵਿੱਚ ਲੇਖਕ ਦੀਆਂ ਨਿੱਜੀ ਭਾਵਨਾਵਾਂ
ਠੀਕ ਆ ਸ਼ਾਮਲ ਹੁੰਦੀਆਂ ਹਨ। ਅਸਲ ਵਿੱਚ ਇੱਕ ਲੇਖ ਕਿਸੇ ਲੇਖਕ ਦੇ ਨਿੱਜੀ ਵਿਚਾਰਾਂ ਜਾਂ ਭਾਵਨਾਵਾਂ ਨੂੰ ਲਿਖਤ ਵਿੱਚ ਪ੍ਰਗਟਾਵਾ ਠੀਕ ਆ ਉਹਦਾ ਕੀਤਾ ਜਾਂਦਾ ਹੈ। ਠੀਕ ਆ, ਇਸ ਲਈ ਲੇਖ ਵਿੱਚ ਲੇਖਕ ਦੀ ਵਿਅਕਤੀਗਤ ਸ਼ੋਅ ਹੋਣੀ ਬਹੁਤ ਜ਼ਰੂਰੀ ਹੈ, ਉਹਦਾ ਨਿੱਜੀ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਲੇਖ ਬੇਰੰਗ ਅਤੇ ਬੇਰਸ ਜਿਹਾ ਹੋ ਜਾਵੇਗਾ। ਠੀਕ ਆ, ਇਸ ਲਈ ਦੂਸਰੇ ਦੇ ਵਿਚਾਰਾਂ ਦੀ ਨਕਲ ਨਾ ਕਰੋ, ਉਹਨਾਂ ਦੇ ਵਿਚਾਰਾਂ ਦੇ ਅਨੁਯਾਈ ਨਾ ਬਣੋ, ਸਗੋਂ ਆਪਣੀ ਵੱਖਰੀ ਵਿਚਾਰਧਾਰਾ ਬਣਾਓ ਅਤੇ ਪੂਰੀ ਸੱਚਾਈ ਅਤੇ ਸੁਹਿਰਦਤਾ ਨਾਲ ਉਸ ਨੂੰ ਆਪਣੇ ਲੇਖ ਵਿੱਚ ਪ੍ਰਗਟਾਓ। ਠੀਕ ਆ ਜੀ ਬੇਟਾ, ਹੁਣ ਚੰਗਾ ਲੇਖ ਲਿਖਣ ਦੇ 6 ਮਹੱਤਵਪੂਰਨ ਲੱਛਣ ਆ। ਠੀਕ ਆ, ਇਸ ਤੋਂ ਇਲਾਵਾ ਬੇਟਾ ਜੇਕਰ ਅਸੀਂ ਹੁਣ ਗੱਲ ਕਰੀਏ, ਕਹਿੰਦੇ ਵੀ ਲੇਖ ਲਿਖਣ ਵਾਲਾ ਵਿਚਾਰਾਂ ਦਾ ਅਮੀਰ ਹੋਣਾ ਚਾਹੀਦਾ ਹੈ, ਭਾਵ ਕਿ ਉਹਦੇ ਜਿਹੜੇ ਵਿਚਾਰ ਵਾ ਠੀਕ ਆ ਉੱਚੇ ਸੁੱਚੇ ਹੋਣੇ ਚਾਹੀਦੇ ਆ, ਉਹਨੂੰ ਬਹੁਤ ਜ਼ਿਆਦਾ ਜਾਣਕਾਰੀ ਹੋਣੀ ਚਾਹੀਦੀ ਆ। ਇਹ ਨਹੀਂ ਕਿ ਉਹ ਕਲਪਨਿਕ ਗੱਲਾਂ ਨੂੰ ਹੀ ਠੀਕ ਆ ਵਿੱਚ ਪੇਸ਼ ਕਰੀ ਜਾਵੇ। ਤੁਹਾਨੂੰ ਮੈਂ ਆਖਿਆ ਨਾ ਤਰਕ ਸੰਗਤ ਹੋਣਾ ਚਾਹੀਦਾ ਵਾ। ਇੱਕ ਚੰਗੇ ਲੇਖ ਦੀ ਵਿਸ਼ੇਸ਼ਤਾ ਇਹ ਆ ਕਿ ਉਹ ਤਰਕ ਸੰਗਤ ਹੋਣਾ ਚਾਹੀਦਾ ਵਾ। ਠੀਕ ਆ, ਉਹਦੇ ਵਿਚਾਰ ਆ ਉਹਦੇ ਵਿੱਚ ਐਵੇਂ ਕੋਰੀ ਕਲਪਨਾ ਨਹੀਂ ਛਾਪੀ ਜਾਣੀ। ਠੀਕ ਆ, ਇਸ ਤੋਂ ਇਲਾਵਾ ਕਹਿੰਦੇ ਵੀ ਲੇਖ ਲਿਖਣ ਵਾਲਾ ਵਿਚਾਰਾਂ ਦਾ ਅਮੀਰ ਹੋਣਾ ਚਾਹੀਦਾ ਹੈ, ਜੋ ਅਖਬਾਰਾਂ ਰਸਾਲਿਆਂ ਨੂੰ ਪੜ੍ਹਨ ਦੇ ਨਾਲ ਨਾਲ ਆਸ-ਪਾਸ ਦੀ ਵੇਖੀ ਪੜ੍ਹੀ ਜਾਂ ਸੁਣੀ ਗੱਲ ਨੂੰ ਗ੍ਰਹਿਣ ਕਰਨ ਵਾਲਾ ਹੋਵੇ ਅਤੇ ਉਸ ਨੂੰ ਲਿਖਤ ਰੂਪ ਵਿੱਚ ਪੇਸ਼ ਕਰਨ ਦੇ ਸਮਰੱਥ ਹੋਵੇ। ਠੀਕ ਆ, ਇਹ ਪੜ੍ਹੇ ਸੁਣੇ ਵੇਖੇ ਦ੍ਰਿਸ਼ਾਂ ਨੂੰ ਆਪਣੇ ਤਜਰਬੇ ਦੀ ਕੁਠਾਲੀ ਵਿੱਚ ਢਾਲ ਕੇ ਅਜਿਹੀ ਤਰ੍ਹਾਂ ਪੇਸ਼ ਕਰੇ ਕਿ ਪਾਠਕ ਬੱਝ ਕੇ ਬੈਠ ਕੇ ਪੜ੍ਹਨ ਦਾ ਕਾਇਲ ਹੋ ਜਾਵੇ, ਆਪਣੇ ਵਿਚਾਰਾਂ ਨੂੰ ਅਜਿਹੀ ਤਰਤੀਬ ਦੇਵੇ ਕਿ ਜਿਵੇਂ ਪੌੜੀ ਦੇ ਡੰਡੇ ਹਨ। ਠੀਕ ਆ ਬੇਟਾ, ਅਤੇ ਇਸੇ ਕਰਕੇ ਹੀ ਬੇਟਾ ਉਹਦਾ ਲਿਖਣ ਦਾ ਢੰਗ, ਲੇਖ ਲਿਖਣ ਦਾ ਢੰਗ ਮੌਲਿਕ ਠੀਕ ਆ ਨਿਵੇਕਲਾ ਅਤੇ ਮਨ ਨੂੰ ਧੂ ਪਾਉਣ ਵਾਲਾ ਹੋਣਾ ਚਾਹੀਦਾ ਹੈ। ਸ਼ਬਦ ਚੋਣ ਸੁਚੱਜੀ ਅਤੇ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ। ਠੀਕ ਆ, ਲੇਖ ਨੂੰ ਆਮ ਤੌਰ 'ਤੇ ਵੀ ਅਸੀਂ 3 ਭਾਗਾਂ ਵਿੱਚ ਵੰਡਦੇ ਹਾਂ। ਠੀਕ ਆ, ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਦਿੱਤਾ ਵਾ। ਆਰੰਭ ਭੂਮਿਕਾ ਹੋਣੀ ਚਾਹੀਦੀ ਹੈ, ਫਿਰ ਮੱਧ ਅਤੇ ਫਿਰ ਅੰਤ ਹੋਣਾ ਚਾਹੀਦਾ ਵਾ। ਠੀਕ ਆ, ਇਸ ਤੋਂ ਇਲਾਵਾ ਬੇਟਾ ਲੇਖ 4 ਕਿਸਮ ਦੇ ਹੁੰਦੇ ਆ। ਇੱਕ ਪਹਿਲੇ ਹੁੰਦੇ ਆ ਬ੍ਰਿਤਾਂਤਕ ਲੇਖ। ਠੀਕ ਆ, ਹੁਣ ਲੇਖ ਦੀਆਂ ਕਿਸਮਾਂ ਬਾਰੇ ਅਸੀਂ ਗੱਲ ਕਰਦੇ ਹਾਂ। ਕਹਿੰਦੇ ਹਰ ਲੇਖ ਲਿਖਣ ਵਾਲਾ ਆਪਣਾ ਵੱਖਰਾ ਢੰਗ ਲਿਖਣ ਸ਼ੈਲੀ ਖਵਾਉਂਦਾ ਹੈ। ਠੀਕ ਆ, ਆਮ ਤੌਰ 'ਤੇ ਲੇਖ 4 ਕਿਸਮਾਂ ਦੇ ਹੁੰਦੇ ਆ। ਸਭ ਤੋਂ ਪਹਿਲਾਂ ਬੇਟਾ ਬ੍ਰਿਤਾਂਤਕ ਲੇਖ। ਬ੍ਰਿਤਾਂਤਕ ਲੇਖ ਕੀ? ਬ੍ਰਿਤਾਂਤਕ ਲੇਖ ਕਹਿੰਦੇ ਅਜਿਹੇ ਲੇਖਾਂ ਵਿੱਚ ਜੀਵਨ ਦੀ ਕਿਸੇ ਘਟਨਾ, ਯਾਤਰਾ, ਸਫ਼ਰ, ਇਤਿਹਾਸ ਆਦਿ ਦਾ ਬ੍ਰਿਤਾਂਤ ਭਾਵ ਵਰਣਨ ਹੁੰਦਾ ਹੈ। ਅਜਿਹੇ ਲੇਖਾਂ ਵਿੱਚ ਜਜ਼ਬਾ ਅਤੇ ਜੀਵ ਦੋਵੇਂ ਕੰਮ ਆਉਂਦੇ ਹਨ। ਬ੍ਰਿਤਾਂਤਕ ਲੇਖ ਜਿਹਦੇ ਵਿੱਚ ਬੇਟਾ ਠੀਕ ਆ, ਇਹਦੇ ਵਿੱਚ ਇਹਨਾਂ ਲੇਖਾਂ ਦੇ ਵਿੱਚ ਅੱਜ ਦੇ ਠੀਕ ਆ ਜਾਂ ਇਤਿਹਾਸ ਦੇ ਜੀਵਨ ਕਾਲ ਦੀਆਂ ਘਟਨਾਵਾਂ ਦਾ ਵਰਣਨ ਹੁੰਦਾ ਹੈ। ਇਹਨਾਂ ਲੇਖਾਂ ਵਿੱਚ ਇਤਿਹਾਸਕ ਘਟਨਾਵਾਂ ਵੀ ਹੁੰਦੀਆਂ ਬੇਟਾ, ਮਹਾਨ ਵਿਅਕਤੀ ਦੀਆਂ ਜੀਵਨੀਆਂ ਜਾਂ ਕਿਸੇ ਨਿੱਜੀ ਅਨੁਭਵ ਆਦਿ ਦੇ ਵਿਸ਼ੇ ਆ ਜਾਂਦੇ ਹਨ, ਉਹਨਾਂ ਨੂੰ ਅਸੀਂ ਬ੍ਰਿਤਾਂਤਕ ਲੇਖ ਕਹਿੰਦੇ ਹਾਂ। ਠੀਕ ਆ ਜੀ, ਇਹਦੇ ਬੇਟਾ ਬ੍ਰਿਤਾਂਤਕ ਲੇਖ ਦੇ ਵਿੱਚ ਹੀ ਠੀਕ ਆ ਗੁਰੂ ਨਾਨਕ ਦੇਵ ਜੀ ਦਾ ਲੇਖ ਹੋ ਗਿਆ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਦਾ ਲੇਖ ਹੋ ਗਿਆ। ਠੀਕ ਆ ਜੀ, ਉਸ ਤੋਂ ਇਲਾਵਾ ਬੇਟਾ ਜਿਹੜੇ ਵੀ ਕਿਸੇ ਵੀ ਜਿਹੜਾ ਆਪਾਂ ਕਹਿ ਦਿੰਦੇ ਹਾਂ ਮਹਾਨ ਵਿਅਕਤੀ ਦੀਆਂ ਜੀਵਨੀਆਂ ਠੀਕ ਆ, ਉਹਨਾਂ ਦੇ ਜੀਵਨ ਬਾਰੇ ਠੀਕ ਆ, ਕੋਈ ਵੀ ਜਿਸ ਤਰ੍ਹਾਂ ਅਬਦੁਲ ਕਲਾਮ ਹੋ ਗਿਆ। ਠੀਕ ਆ, ਇਹਨਾਂ ਦੇ ਬੇਟਾ ਜਦੋਂ ਸ਼ਹੀਦ ਊਧਮ ਸਿੰਘ ਹੋਇਆ, ਕਰਤਾਰ ਸਿੰਘ ਸਰਾਭਾ, ਇਹਨਾਂ ਦੇ ਜੀਵਨ ਬਾਰੇ ਜੋ ਵੀ ਗੱਲ ਕੀਤੀ ਜਾਂਦੀ ਆ ਉਹ ਬ੍ਰਿਤਾਂਤਕ ਲੇਖ ਦੇ ਵਿੱਚ ਆਉਂਦਾ ਹੈ। ਉਹ ਬ੍ਰਿਤਾਂਤਕ ਲੇਖ ਹੁੰਦੇ ਹਨ ਜਿਸ ਦੇ ਵਿੱਚ ਮਹਾਨ ਵਿਅਕਤੀ ਦੀਆਂ ਜੀਵਨੀਆਂ ਜਾਂ ਕਿਸੇ ਨਿੱਜੀ ਅਨੁਭਵ ਆਦਿ ਦੇ ਵਿਸ਼ੇ ਲਏ ਜਾਂਦੇ ਆ, ਉਹ ਬ੍ਰਿਤਾਂਤਕ ਲੇਖ ਹੁੰਦੇ ਹਨ। ਠੀਕ ਆ ਬੇਟਾ, ਉਸ ਤੋਂ ਬਾਅਦ ਆ ਬੇਟਾ ਅਗਲੀ ਜਿਹੜੀ ਲੇਖ ਦੀ ਕਿਸਮ ਆ ਉਹ ਆ ਵਿਚਾਰ ਪ੍ਰਧਾਨ ਲੇਖ। ਵਿਚਾਰ ਪ੍ਰਧਾਨ ਲੇਖ ਕਿਹੜੇ ਲੇਖ ਹੁੰਦੇ ਆ? ਇਹਨਾਂ ਬੇਟਾ ਅਜਿਹੇ ਲੇਖਾਂ ਵਿੱਚ ਕਿਸੇ ਵਿਚਾਰ ਉੱਤੇ ਆਪਣੀਆਂ ਦਲੀਲਾਂ ਦਿੱਤੀਆਂ ਹੁੰਦੀਆਂ ਹਨ, ਜਿਵੇਂ ਮਿੱਤਰਤਾ, ਬੇਰੁਜ਼ਗਾਰੀ, ਅਮਨ, ਦਲੇਰੀ ਆਦਿ। ਇਹਨਾਂ ਦੇ ਵਿੱਚ ਮੇਨ ਕੀ ਆ ਬੇਟਾ? ਵਿਚਾਰ ਪ੍ਰਧਾਨ ਲੇਖਾਂ ਦੇ ਵਿੱਚ ਵਿਚਾਰ ਹੀ ਪ੍ਰਧਾਨ ਹੁੰਦੇ ਆ। ਠੀਕ ਆ, ਮੇਨ ਵਿਚਾਰ ਹੁੰਦੇ ਆ। ਇਹਨਾਂ ਲੇਖਾਂ ਵਿੱਚ ਅਸੀਂ ਕਿਸੇ ਸਮਾਜਿਕ, ਰਾਜਨੀਤਿਕ, ਆਰਥਿਕ, ਵਿਦਿਅਕ, ਪਰਿਵਾਰਕ, ਧਾਰਮਿਕ ਅਤੇ ਦਾਰਸ਼ਨਿਕ ਆਦਿ ਖੇਤਰਾਂ ਦੇ ਵਿਸ਼ਿਆਂ ਸੰਬੰਧੀ ਆਪਣੇ ਮੌਲਿਕ ਵਿਚਾਰ ਪੇਸ਼ ਕਰਦੇ ਹਾਂ, ਜਿਵੇਂ ਦਾਜ ਦੀ ਸਮੱਸਿਆ ਹੋ ਗਿਆ, ਪੇਪਰਾਂ ਵਿੱਚ ਨਕਲ ਦਾ ਵੱਧਦਾ ਰੁਝਾਨ, ਵੱਧ ਰਹੀ ਬੇਰੁਜ਼ਗਾਰੀ ਠੀਕ ਆ, ਆਦਿ ਵਿਸ਼ੇ ਛੋਏ ਜਾਂਦੇ ਹਨ। ਠੀਕ ਆ, ਆਦਿ ਵਿਸ਼ਿਆਂ ਬਾਰੇ ਗੱਲ ਕੀਤੀ ਜਾਂਦੀ ਹੈ। ਠੀਕ ਆ, ਉਸ ਤੋਂ ਬਾਅਦ ਆ ਬੇਟਾ ਲੇਖ ਦੀ ਅਗਲੀ ਕਿਸਮ ਆ ਵਰਣਨਾਤਮਕ ਲੇਖ। ਠੀਕ ਆ, ਵਰਣਨਾਤਮਕ ਲੇਖ
ਇਹਨਾਂ ਲੇਖਾਂ ਵਿੱਚ ਕਿਸੇ ਜਗ੍ਹਾ ਜਾਂ ਵਸਤੂ ਦਾ ਵਰਣਨ ਕੀਤਾ ਗਿਆ ਹੁੰਦਾ ਹੈ, ਜਿਵੇਂ ਕਿ ਪਸ਼ੂ ਪੰਛੀਆਂ, ਪੇੜ ਪੌਦਿਆਂ ਜਾਂ ਵਿਗਿਆਨਕ ਖੋਜਾਂ ਜਾਂ ਲੱਭਤਾਂ ਆਦਿ ਨਾਲ ਸੰਬੰਧਿਤ ਵਿਸ਼ੇ ਅਤੇ ਇਤਿਹਾਸਕ ਸਥਾਨਾਂ ਜਿਵੇਂ ਕਿ ਤਾਜ ਮਹਿਲ ਹੋ ਗਿਆ, ਲਾਲ ਕਿਲ੍ਹਾ ਹੋ ਗਿਆ ਅਤੇ ਕੁਤਬ ਮੀਨਾਰ ਆਦਿ ਨਾਲ ਸੰਬੰਧਿਤ ਵਿਸ਼ੇ ਇਹਦੇ ਵਿੱਚ ਪੇਸ਼ ਕੀਤੇ ਜਾਂਦੇ ਹਨ ਵਰਣਨਾਤਮਕ ਲੇਖਾਂ ਵਿੱਚ। ਠੀਕ ਆ, ਅੱਗੇ ਆ ਬੇਟਾ ਮਨੋਕਲਪਿਤ ਲੇਖ। ਠੀਕ ਆ, ਮਨੋਕਲਪਿਤ ਲੇਖ ਜਿਨ੍ਹਾਂ ਨੂੰ ਕਲਪਨਿਕ ਲੇਖ ਅਸੀਂ ਕਹਿੰਦੇ ਹਾਂ। ਇਹਨਾਂ ਲੇਖਾਂ ਵਿੱਚ ਬੇਟਾ ਕਿਹੜੀ ਕਲਪਨਿਕ ਵਿਚਾਰਾਂ ਵਾਲੇ ਵਿਸ਼ੇ ਲਏ ਜਾਂਦੇ ਹਨ, ਜਿਵੇਂ ਕਿ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾ। ਠੀਕ ਆ, ਜਿਸ ਤਰ੍ਹਾਂ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਵਾਂ, ਮੈਂ ਕਰੋੜਪਤੀ ਹੁੰਦਾ। ਠੀਕ ਆ, ਆਪਣੀਆਂ ਮਨੋਕਲਪਿਤ ਠੀਕ ਆ ਭਾਵਨਾਵਾਂ ਨੂੰ ਇਹਨਾਂ ਦੇ ਲੇਖਾਂ ਦੇ ਵਿੱਚ ਪੇਸ਼ ਕੀਤਾ ਜਾਂਦਾ ਵਾ। ਠੀਕ ਆ, ਇਸ ਤੋਂ ਇਲਾਵਾ ਬੇਟਾ ਜਿਹੜਾ ਲੇਖ ਲਿਖਣਾ ਵਾ, ਇਸ ਤੋਂ ਇਲਾਵਾ ਜੇਕਰ ਬੇਟਾ ਅਸੀਂ ਲੇਖ ਲਿਖਣ ਦੀ ਗੱਲ ਕੀਤੀ ਜਾਈਏ ਤਾਂ ਪਹਿਲਾ ਕਦਮ ਇਹ ਆ ਕਿ ਲੇਖ ਦੇ ਸਿਰਲੇਖ ਨੂੰ ਜਿਹੜਾ ਵਾ ਸਾਨੂੰ ਠੀਕ ਆ, ਜਿਹੜਾ ਸਾਨੂੰ ਹੈਡਿੰਗ ਦਿੱਤਾ ਗਿਆ ਵਾ ਉਹਨੂੰ ਧਿਆਨ ਦੇ ਨਾਲ ਪੜ੍ਹਨਾ ਚਾਹੀਦਾ ਵਾ। ਠੀਕ ਹੈ, ਇਸ ਨੂੰ ਠੀਕ ਤਰ੍ਹਾਂ ਸਮਝਣ ਨਾਲ ਹੀ ਪਤਾ ਲੱਗਦਾ ਹੈ ਕਿ ਲੇਖ ਵਿੱਚ ਕੀ ਕੁਝ ਦਿੱਤਾ ਜਾਂਦਾ ਹੈ। ਕੁਝ ਸਿਰਲੇਖ ਬਿਲਕੁਲ ਸਪਸ਼ਟ ਹੁੰਦੇ ਹਨ, ਪਰ ਕਈ ਸਿਰਲੇਖ ਥੋੜ੍ਹੀ ਬੇਧਿਆਨੀ ਵਰਤਿਆਂ ਭੁਲੇਖਾ ਪਾ ਸਕਦਾ ਹਨ। ਠੀਕ ਆ, ਭਾਵ ਕਿ ਜਿਸ ਤਰ੍ਹਾਂ ਉਦਾਹਰਨ ਦੇ ਤੌਰ 'ਤੇ ਵਿਸਾਖੀ ਅਤੇ ਵਿਸਾਖੀ ਦਾ ਮੇਲਾ ਸਿਰਲੇਖਾਂ ਵਿੱਚ ਬਹੁਤ ਅੰਤਰ ਨਹੀਂ ਜਾਪਦਾ, ਪਰ ਧਿਆਨ ਨਾਲ ਵੇਖੀਏ ਤਾਂ ਇਹ ਦੋ ਵੱਖਰੇ ਵੱਖਰੇ ਵਿਸ਼ੇ ਹਨ। ਠੀਕ ਆ, ਵਿਸਾਖੀ ਦਾ ਲੇਖ ਲਿਖਣ ਵੇਲੇ ਇਸ ਤਿਉਹਾਰ ਦੇ ਮਨਾਏ ਜਾਣ ਦਾ ਸਮਾਂ, ਇਤਿਹਾਸਕ ਪਿਛੋਕੜ, ਮਨਾਉਣ ਦਾ ਢੰਗ ਅਤੇ ਮਹੱਤਤਾ ਦੂਜੇ ਤਿਉਹਾਰਾਂ ਨਾਲ ਤੁਲਨਾ ਅਤੇ ਦਲੀਲ ਨਾਲ ਦਿੱਤੇ ਜਾ ਸਕਦੇ ਹਨ। ਵਿਸਾਖੀ ਦਾ ਮੇਲਾ ਲੇਖ ਵਿੱਚ ਜਿੱਥੇ ਇਸ ਤਿਉਹਾਰ ਨਾਲ ਸੰਬੰਧਿਤ ਕੁਝ ਚਰਚਾ ਹੋਵੇਗੀ, ਉੱਥੇ ਲੇਖ ਦਾ ਵਧੇਰੇ ਭਾਗ ਇਸ ਤਿਉਹਾਰ ਦੇ ਮੌਕੇ ਉੱਤੇ ਲੱਗੇ ਮੇਲੇ ਦਾ ਵਰਣਨ ਕਰਨ ਵਿੱਚ ਹੋਵੇਗਾ। ਸੋ ਇਸ ਕਰਕੇ ਬੇਟਾ ਜਦੋਂ ਵੀ ਅਸੀਂ ਲੇਖ ਲਿਖਣਾ ਵਾ, ਸਭ ਤੋਂ ਪਹਿਲਾਂ ਲੇਖ ਦੇ ਸਿਰਲੇਖ ਨੂੰ ਧਿਆਨ ਦੇ ਨਾਲ ਪੜ੍ਹਨਾ ਚਾਹੀਦਾ ਵਾ। ਠੀਕ ਆ, ਫਿਰ ਹੀ ਸਾਨੂੰ ਲੇਖ ਦੀ ਸ਼ੁਰੂਆਤ ਕਰਨੀ ਚਾਹੀਦੀ ਆ। ਠੀਕ ਆ, ਇਸ ਤੋਂ ਇਲਾਵਾ ਬੇਟਾ ਲੇਖ ਜਿਹੜਾ ਵਾ ਜਦੋਂ ਅਸੀਂ ਲਿਖਦੇ ਹਾਂ 3 ਭਾਗਾਂ ਦੇ ਵਿੱਚ ਉਹਦੀ ਵੰਡ ਕੀਤੀ ਜਾਂਦੀ ਹੈ। ਆਰੰਭ ਹੁੰਦਾ, ਭੂਮਿਕਾ ਵੀ ਜਿਹਨੂੰ ਅਸੀਂ ਬੋਲਦੇ ਹਾਂ, ਮੱਧ ਅਤੇ ਅੰਤ। ਠੀਕ ਆ, ਤਾਂ ਹੀ ਅਸੀਂ ਸੁਚੱਜੇ ਢੰਗ ਦੇ ਨਾਲ ਲੇਖ ਰਚਨਾ ਕਰ ਸਕਦੇ ਹਾਂ। ਸੋ ਪਿਆਰੇ ਬੱਚਿਓ, ਮੈਂ ਆਸ ਕਰਦਾ ਵਾਂ ਕਿ ਤੁਹਾਨੂੰ ਲੇਖ ਰਚਨਾ ਠੀਕ ਆ, ਲੇਖ ਕਿਸ ਨੂੰ ਆਖਦੇ ਆ, ਇਸ ਨੂੰ ਕਿਵੇਂ ਰਚਿਆ ਜਾਂਦਾ ਵਾ, ਉਸ ਦੇ ਬਾਰੇ ਜ਼ਰੂਰ ਸਮਝ ਲੱਗ ਗਈ ਹੋਵੇਗੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।